ਜੈ ਗੁਰਦੇਵ ਜੈ ਭੀਮ। ਕੰਚ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਐਸ ਕੇ ਬੈਂਸ ਸਵਾਗਤ ਕਰਦਾ ਹਾਂ। ਦਰਸ਼ਕੋ, ਅੱਜ ਇੱਕ ਵਾਰ ਫਿਰ ਕੰਚ ਟੀਵੀ ਦੇ ਜ਼ਰੀਏ ਅਸੀਂ ਤੁਹਾਡੇ ਰੂਬਰੂ ਅਜਿਹੀ ਜਿਹੜੀ ਸ਼ਖਸੀਅਤ ਨੂੰ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਉਸ ਪਰਿਵਾਰ ਵਿੱਚੋਂ ਉੱਠ ਕੇ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਐਡਵੋਕੇਟ ਬਣੇ ਅਤੇ ਇੱਕ ਵੱਖਰੀ ਤਰ੍ਹਾਂ ਦੀ ਜੇ ਕਹਿ ਸਕਦੇ ਆ ਕਿ ਸਾਰਿਆਂ ਲਈ ਇਹ ਪ੍ਰੇਰਨਾ ਸਰੋਤ ਦੇ ਨਾਲ ਨਾਲ ਇੱਕ ਮਿਸਾਲ ਵੀ ਬਣੇ। ਸੋ ਮੇਰੇ ਨਾਲ ਐਸ ਐਲ ਬਿਰਦੀ ਹੁਣੀ ਨੇ। ਪਹਿਲਾਂ ਤਾਂ ਸਰ ਤੁਹਾਡਾ ਕੰਚ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਸਰ, ਜਿਸ ਤਰ੍ਹਾਂ ਆਪਾਂ ਪਹਿਲਾਂ ਇੰਟਰਵਿਊ ਵਿੱਚ ਆਪਾਂ ਗੱਲ ਕੀਤੀ ਸੀ ਤੁਹਾਡੇ ਮੁੱਢਲੇ ਜੀਵਨ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਜਿਹਦੇ ਵਿੱਚ ਤੁਸੀਂ ਆਪਣੇ ਬਚਪਨ ਬਾਰੇ ਦੱਸਿਆ ਸੀ। ਬਚਪਨ ਤੋਂ ਬਾਅਦ ਕਾਲਜ ਲਾਈਫ ਆਉਂਦੀ ਹੈ ਵਿੱਚ ਬੰਦੇ ਦੀ। ਉਸ ਸਮੇਂ ਕਿਉਂਕਿ ਜਿੰਨੇ ਵੀ ਆਪਾਂ ਕਹਿ ਦਈਏ ਕਿ ਜੇ ਗੱਲ ਕਰੀਏ ਵੀ ਆਪਣੇ ਆਗੂ ਹੋਏ ਆ ਜਾਂ ਲੀਡਰ ਵੀ ਕੋਈ ਬਣਦਾ ਤਾਂ ਉਹਦੇ ਵਿੱਚ ਜਿਹੜੀ ਉਹ ਕਾਲਜ ਲਾਈਫ ਆ ਜਦੋਂ ਉਹ ਉਸ ਵਿੱਚ ਐਂਟਰ ਕਰਦਾ, ਕਿਵੇਂ ਦਾ ਤੁਹਾਡਾ ਜਿਹੜਾ ਉਹ ਕਾਲਜ ਦਾ ਜਿਹੜਾ ਸਮਾਂ ਰਿਹਾ? ਕੀ ਤੁਹਾਨੂੰ ਜਿਹੜੀਆਂ ਜਿਸ ਤਰ੍ਹਾਂ ਸਕੂਲ ਟਾਈਮ ਦੀ ਤੁਸੀਂ ਗੱਲ ਕੀਤੀ ਕਿ ਉਸ ਸਮੇਂ ਇਹ ਜਿਹੜੇ ਕਿ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕਾਲਜ ਸਮੇਂ ਵੀ ਤੁਹਾਨੂੰ ਕੁਛ ਇੱਦਾਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੇ ਜਿਹੜੇ ਸਮਾਜ ਲਈ, ਕਿਉਂਕਿ ਤੁਸੀਂ ਪਹਿਲਾਂ ਤੋਂ ਲੜਦੇ ਆਏ ਤੇ ਆਪਣੇ ਸਮਾਜ ਲਈ ਜਿਹੜੀ ਤੁਸੀਂ ਲੜਾਈ ਲੜੀ ਉਸ ਸਮੇਂ, ਕਾਲਜ ਸਮੇਂ ਜਿਹੜੀ ਤੁਸੀਂ ਲੜਾਈ ਲੜੀ ਉਹਦੇ ਵਿੱਚ ਤੁਹਾਨੂੰ ਕੀ ਚੁਣੌਤੀਆਂ ਆਈਆਂ ਤੇ ਕਿਹਦੇ ਵਿੱਚ ਤੁਸੀਂ ਜਿਹੜੀ ਆ ਇਹ ਜਿੱਤ ਪ੍ਰਾਪਤ ਕੀਤੀ? ਬੈਂਸ ਸਾਹਿਬ, ਅਸੀਂ ਜਿਹੜਾ ਸਾਡਾ ਸੰਘਰਸ਼ ਆ ਉਹ ਕਾਲਜ ਤੋਂ ਤਾਂ ਬਹੁਤ ਜ਼ਿਆਦਾ ਤੇਜ਼ ਹੋ ਗਿਆ, ਪਰ ਉਸ ਤੋਂ ਪਹਿਲਾਂ ਸਾਡੇ ਜਿਹੜਾ ਆਪਣੇ ਲੋਕਾਂ ਕੋਲ ਏਡੇ ਘਰ ਨਹੀਂ ਹੁੰਦੇ ਜਿੱਥੇ ਕੋਈ ਬੱਚੇ ਬੈਠ ਕੇ ਅਲੱਗ ਪੜ੍ਹ ਸਕਣ। ਤੇ ਮੈਂ ਖੇਤਾਂ ਵਿੱਚ ਜਾ ਕੇ ਪੜ੍ਹਾਈ ਕਰਿਆ ਕਰਦਾ ਹੈ। ਸਕੂਲੋਂ ਆਉਣਾ, ਚੱਕਣੀਆਂ ਕਿਤਾਬਾਂ ਤੇ ਖੇਤਾਂ 'ਚ ਚਲੇ ਜਾਣਾ। ਤੇ ਉੱਥੇ ਖੇਤਾਂ ਦੇ ਵਿੱਚ ਜਿਹੜਾ ਮੈਂ ਆਪਣੀਆਂ ਜਿਹੜੀਆਂ ਦਲਿਤ ਸਮਾਜ ਦੀਆਂ ਮਾਵਾਂ ਭੈਣਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਅੱਖੀਂ ਵੇਖਿਆ। ਤੇ ਜਦੋਂ ਮੈਂ ਉਹ ਸ਼ੋਸ਼ਣ ਅੱਖੀਂ ਵੇਖਿਆ ਤੇ ਮੈਂ ਉਹਦੇ ਨਾਲ ਮੈਨੂੰ ਬਹੁਤ ਸਾਰੀ ਜਿਹੜੀ ਆ ਦੁੱਖ ਹੋਇਆ ਕਿ ਇਹ ਕੀ ਸਮਾਜ ਹੈ ਤੇ ਕੀ ਜ਼ਿੰਦਗੀ ਹੈ। ਮੈਂ ਡਾਕਟਰ ਅੰਬੇਡਕਰ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਪੜ੍ਹ ਕੇ ਫਿਰ ਮੈਂ 8ਵੀਂ ਦੇ ਵਿੱਚ ਜਦੋਂ ਪੇਪਰ ਦਿੱਤੇ ਹੈ ਤੇ ਮੈਂ ਭੀਮ ਡਰਾਮਾ ਲਿਖਿਆ। ਤੇ ਉਹ ਭੀਮ ਡਰਾਮਾ ਜਿਹੜਾ ਹੈ ਉਹਨੂੰ ਅਸੀਂ ਦੁਆਬੇ ਦੇ ਵਿੱਚ ਸਾਰੇ ਖੇਡਿਆ। ਤੇ ਉਹ ਖੇਡਣ ਦੇ ਵਿੱਚ ਜਿਹੜਾ ਅੰਬੇਡਕਰ ਦਾ ਜਿਹੜਾ ਰੋਲ ਸੀਗਾ ਉਹ ਮੈਂ ਕਰਦਾ ਸੀ। ਤੇ ਜਿਹੜੇ ਅੰਮ੍ਰਿਤਾ ਵਿਰਕ ਹੈ ਗਾਉਣ ਵਾਲੀ ਲੜਕੀ, ਉਹ ਸਾਡੀ ਭਤੀਜੀ ਹੈ। ਤੇ ਉਹਦਾ ਜਿਹੜਾ ਬਾਪ ਸੀ ਉਹ ਜਵਾਹਰ ਲਾਲ ਬਣਦਾ ਸੀ ਤੇ ਉਹਦਾ ਤਾਇਆ ਜੀ ਜਿਹੜੇ ਉਹ ਗਾਂਧੀ ਬਣਦੇ ਸੀ, ਹਰਬੰਸ ਲਾਲ। ਤੇ ਉਹ ਡਰਾਮਾ ਸਾਡਾ ਬੜਾ ਮਸ਼ਹੂਰ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਤੇ ਕਾਲਜ ਦੇ ਵਿੱਚ ਸਟੂਡੈਂਟਾਂ ਨੂੰ ਅਸੀਂ ਆਰਗੇਨਾਈਜ਼ ਕੀਤਾ। ਕਿਹੜੇ ਕਾਲਜ ਵਿੱਚ? ਮੈਂ ਪਹਿਲਾਂ ਸਭ ਤੋਂ ਰਾਮਗੜੀਆ ਕਾਲਜ ਦੇ ਵਿੱਚ ਪ੍ਰੈਪ 'ਚ ਗਿਆ ਹੈਗਾ 11ਵੀਂ 'ਚ। ਹਾਂਜੀ। ਤੇ ਰਾਮਗੜੀਆ ਕਾਲਜ ਦੇ ਵਿੱਚ ਅਸੀਂ ਸਟੂਡੈਂਟ ਸੋਸ਼ਲਿਸਟ ਫੈਡਰੇਸ਼ਨ ਪੰਜਾਬ ਜਿਹੜੀ ਸੰਸਥਾ ਬਣਾਈ ਤੇ ਉਹਦਾ ਮੈਨੂੰ ਸੈਕਟਰੀ ਬਣਾਇਆ ਗਿਆ। ਤੇ ਉਹਦੇ ਮਾਧਿਅਮ ਤੋਂ ਅਸੀਂ ਫਿਰ ਉੱਥੇ ਕਾਫੀ ਸੰਘਰਸ਼ ਕੀਤਾ। ਔਰ ਪਹਿਲੀ ਵਾਰੀ ਜਿਹੜਾ ਗੁਰੂ ਰਵਿਦਾਸ ਜੀ ਦਾ ਅਸੀਂ ਤੇ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਉੱਥੇ ਮਨਾਇਆ। ਜਦੋਂ ਅਸੀਂ ਉਹ ਮਨਾਉਣ, ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਕੀਤਾ, ਤਿਆਰੀ ਕਰ ਰਹੇ ਸੀ ਤਾਂ ਜ਼ਿਮੀਂਦਾਰਾਂ ਦੇ ਲੜਕਿਆਂ ਨੇ ਆ ਕੇ ਉੱਥੇ ਕਾਫੀ ਖੱਪਖਾਨਾ ਕੀਤਾ ਔਰ ਕਿਹਾ ਅਸੀਂ ਨਹੀਂ ਹੋਣ ਦਿਆਂਗੇ। ਪਰ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਸੀ ਉਸ ਵੇਲੇ ਦੀ, ਉਹ ਕ੍ਰਾਂਤੀਕਾਰੀ ਯੂਨੀਅਨ ਸੀ, ਉਹ ਸਾਡੇ ਨਾਲ ਖੜੀ ਹੋਈ ਔਰ ਅਸੀਂ ਉਹ ਫੰਕਸ਼ਨ ਕੀਤੇ, ਮਨਾਏ। ਔਰ ਉਸ ਤੋਂ ਬਾਅਦ ਹੀ ਜਦੋਂ ਮੈਂ BA ਪਾਰਟ ਸੀਗਾ 1 ਦੇ ਵਿੱਚ, ਤੇ ਉਸ ਵੇਲੇ ਜਿਹੜਾ ਇਹ 26 ਜਨਵਰੀ 1974 ਦੀ ਘਟਨਾ, 26 ਜਨਵਰੀ 1974 ਨੂੰ ਸਾਡੇ ਪਿੰਡ ਵਿਰਕ ਜਿਹੜਾ ਹੈ, ਉਸ ਵੇਲੇ ਜਿਹੜੇ ਸਿੱਖਿਆ ਮੰਤਰੀ ਸੀ ਸਰਦਾਰ ਗੁਰਮੇਲ ਸਿੰਘ ਜੀ, ਉਹਨਾਂ ਨੇ ਆ ਕੇ ਝੰਡਾ ਚੜ੍ਹਾਉਣ ਆਉਣਾ ਸੀ। ਅਸੀਂ ਦੇਖਿਆ ਵੀ ਇਹ ਸਿੱਖਿਆ ਮੰਤਰੀ ਹੈ, ਬਈ ਇਹਦੇ ਮੂਹਰੇ ਜੇ ਇਹ ਗੱਲ ਰੱਖੀ ਜਾਵੇ ਵੀ 25 ਸਾਲ ਹੋ ਗਏ ਹੈਗੇ ਆ ਦੇਸ਼ ਨੂੰ ਆਜ਼ਾਦ ਹੋਇਆ ਨੂੰ, ਸੰਵਿਧਾਨ ਬਣੇ ਨੂੰ, ਤੇ ਉਸ ਵੇਲੇ ਵੀ ਜਿਹੜੇ 9ਵੀਂ ਕਲਾਸ ਤੋਂ 6 ਰੁਪਏ ਦੇ ਵਜ਼ੀਫੇ ਦਿੱਤੇ ਜਾਂਦੇ ਸੀ ਤੇ ਅੱਜ 25 ਸਾਲ ਬਾਅਦ ਵੀ ਉਹ 6 ਰੁਪਏ ਦਿੱਤੇ ਜਾਂਦੇ ਹੈਗੇ, ਜਿਹਦੇ ਨਾਲ ਕੁਛ ਵੀ ਨਹੀਂ ਆਉਂਦਾ ਹੈਗਾ। ਸਾਲ ਦੇ 72 ਰੁਪਏ ਬਣਦੇ ਹੈਗੇ। ਤੇ ਅਸੀਂ ਫਿਰ ਉਹ ਲੈ ਕੇ ਬਈ ਇੱਕ ਤਾਂ ਇਹ ਆ ਵੀ ਵਜ਼ੀਫੇ ਜਿਹੜੇ ਆ ਉਹ ਵਧਣੇ ਚਾਹੀਦੇ ਸਮੇਂ ਦੇ ਅਨੁਸਾਰ, ਜਿਹੜੀ ਪ੍ਰਾਈਸ ਇੰਡੈਕਸ ਆ ਉਹਦੇ ਮੁਤਾਬਕ। ਦੂਸਰਾ ਜਿਹੜਾ ਆ ਬਈ
ਜਿਹੜੇ ਸਕੂਲ ਕਾਲਜ ਆ ਉਹਨਾਂ ਦੇ ਸਿਲੇਬਸ ਵਿੱਚ ਜਿਹੜਾ ਹੈ ਸਾਰੇ ਜਿਹੜੇ ਮਹਾਂਪੁਰਖ ਹੋਰ ਹੈਗੇ ਆ ਉਹਨਾਂ ਦਾ ਸਿਲੇਬਸਾਂ ਵਿੱਚ ਪੜ੍ਹਾਇਆ ਜਾਂਦਾ ਉਹਨਾਂ ਨੂੰ। ਪਰ ਸਾਡੇ ਦਲਿਤ ਸਮਾਜ ਦੇ ਜਿਹੜੇ ਹੈਗੇ ਆ ਉਹ ਡਾਕਟਰ ਬਾਬਾ ਸਾਹਿਬ ਅੰਬੇਡਕਰ, ਸ਼੍ਰੀ ਗੁਰੂ ਰਵਿਦਾਸ ਜੀ, ਭਗਵਾਨ ਵਾਲਮੀਕੀ, ਪਰ ਉਹ ਜੀਵਨੀਆਂ ਉਹਨਾਂ ਦੀਆਂ ਨੂੰ ਨਹੀਂ ਪੜ੍ਹਾਇਆ ਜਾਂਦਾ ਹੈਗਾ। ਅਤੇ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਉਸ ਐਜੂਕੇਸ਼ਨ ਮਿਨਿਸਟਰ ਦਾ ਘਿਰਾਓ ਕੀਤਾ। ਇਹ ਸਾਡਾ ਪੰਜਾਬ ਦਾ ਹੀ ਦਲਿਤ ਇਤਿਹਾਸ ਲਿਖਿਆ ਹੈਗਾ। ਇਹਦੇ ਵਿੱਚ ਉਹ ਸਾਰੇ ਉਸ ਵੇਲੇ ਦੇ ਫੋਟੋ ਘਿਰਾਓ ਕਰਦਿਆਂ ਦੇ ਲੱਗੇ ਹੋਏ ਹੈਗੇ ਆ। ਅਤੇ ਇਹ ਸਾਡੀ ਅਸੀਂ ਜੀਵਨੀ ਵੀ ਜਿਹੜੀ ਲਿਖੀ ਹੈਗੀ ਹੈ ਸਾਰੀ, ਅਤੇ ਇਸ ਵੇਲੇ ਖੋਜ ਦੇ ਵਿੱਚ ਹੈ ਯੂਨੀਵਰਸਿਟੀਆਂ 'ਤੇ, ਉਹ ਵੀ ਖੋਜ ਦੇ ਵਿੱਚ ਹੈਗਾ। ਸਾਡਾ ਭਾਰਤ ਦਾ ਦਲਿਤ ਇਤਿਹਾਸ ਵੀ ਖੋਜ ਦੇ ਵਿੱਚ ਹੈਗਾ। ਅਤੇ ਇਹਦੇ ਵਿੱਚੋਂ ਵੀ ਤੁਹਾਨੂੰ ਉਹ ਸਾਰੇ ਸਬੂਤ ਜਿਹੜੇ ਆ ਉਸ ਵੇਲੇ ਦੇ ਉਹ ਮਿਲ ਸਕਦੇ ਹੈਗੇ ਆ। ਅਤੇ ਜਦੋਂ ਅਸੀਂ ਜ਼ਬਰਦਸਤ ਘਿਰਾਓ ਕੀਤਾ ਤਾਂ ਪੁਲਿਸ ਬੜੀ ਆਈ, ਅਤੇ ਫਿਰ ਪਰ ਅਸੀਂ ਡਟੇ ਰਹੇ ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਨਹੀਂ ਅੰਦਰ ਜਾਣ ਦੇਣਾ ਹੈਗਾ। ਅਸੀਂ ਸਕੂਲ 'ਚ ਉਹਨੂੰ ਐਂਟਰ ਨਹੀਂ ਕਰਨ ਦਿੱਤਾ ਐਜੂਕੇਸ਼ਨ ਮਿਨਿਸਟਰ ਨੂੰ, ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ। ਪਰ ਉਹਦੇ ਵਿੱਚ ਇੱਕ ਹਮਦਰਦੀ ਸੀ। ਪੁਲਿਸ ਕਹਿੰਦੀ ਸੀ ਵੀ ਅਸੀਂ ਇਹਨਾਂ ਦੇ ਉੱਤੇ ਲਾਠੀ ਚਾਰਜ ਕਰਕੇ ਇਹਨਾਂ ਨੂੰ ਇੱਥੋਂ ਭਜਾਣੇ ਹੈਗੇ ਆ, ਪਰ ਉਹ ਕਹਿੰਦਾ ਨਹੀਂ, ਇਹ ਸਾਡੇ ਬੱਚੇ ਹੈਗੇ ਆ ਵੀ ਇਹਨਾਂ ਦੇ ਉੱਤੇ ਤੁਸੀਂ ਲਾਠੀ ਚਾਰਜ ਨਾ ਕਰਿਓ। ਪਰ ਉਹਨੇ ਮੈਨੂੰ ਕਿਹਾ ਐਜੂਕੇਸ਼ਨ ਮਿਨਿਸਟਰ ਨੇ ਵੀ ਵਿਰਦੀ ਤੂੰ ਆਪਣਾ ਮੈਮੋਰੈਂਡਮ ਦੇ, ਤੇਰੀਆਂ ਮੰਗਾਂ ਕੀ ਆ। ਅਸਲ 'ਚ ਅਸਲੀਅਤ ਇਹ ਸੀ ਵੀ ਉਦੋਂ ਅਜੇ ਸਾਡੇ 'ਚ ਇੰਨੀ ਚੇਤਨਾ ਨਹੀਂ ਸੀ ਵੀ ਮੈਮੋਰੈਂਡਮ ਕਿਵੇਂ ਲਿਖਿਆ ਜਾਂਦਾ ਹੈਗਾ। ਮੇਰਾ ਜੀਵਨ ਸੰਗਰਾਮ, ਇਹ ਜਾਤੀ ਅਤੇ ਜਮਾਤੀ ਜੋ ਇਹਦੇ ਵਿੱਚ ਉਹ ਸਾਰੇ ਅਖਬਾਰਾਂ ਦੇ ਵਿੱਚ ਉਸ ਵੇਲੇ ਜਿਹੜੀਆਂ ਨਿਊਜ਼ ਆਈਆਂ ਵੀ ਇਹ ਜਿਹੜੇ ਦਲਿਤ ਵਿਦਿਆਰਥੀ ਆ ਉਹਨਾਂ ਨੇ ਕਾਲੇ ਝੰਡੇ ਦਿਖਾਏ ਹੈਗੇ ਆ ਔਰ ਉਹਦਾ ਘਿਰਾਓ ਕੀਤਾ ਹੈਗਾ ਸਿੱਖਿਆ ਮੰਤਰੀ ਦਾ, ਉਹ ਸਾਰੇ ਲੱਗੇ ਹੈਗੇ ਆ। ਅਤੇ ਉਹ ਜਦੋਂ ਅਖਬਾਰਾਂ ਦੇ ਵਿੱਚ ਗਿਆ ਅਤੇ ਉਹਨੇ ਕੈਬਨਿਟ ਦੇ ਵਿੱਚ ਕਿਹਾ, ਉਹਨੇ ਗੁਰਮੇਲ ਸਿੰਘ ਨੇ, ਬਈ ਅਸੀਂ ਤਾਂ ਪਿੰਡਾਂ 'ਚ ਪੜ੍ਹ ਨਹੀਂ ਸਕਦੇ, ਅਸੀਂ ਤਾਂ ਸਾਨੂੰ ਇੱਦਾਂ ਘਿਰਾਓ ਕੀਤੇ ਜਾਂਦੇ ਹੈਗੇ ਆ। ਅਤੇ ਉਹ ਮੁੱਖ ਮੰਤਰੀ ਅਤੇ ਹੋਰ ਮੰਤਰੀ ਕਹਿੰਦੇ ਵੀ ਇਹ ਤਾਂ ਕੀ ਉਹਨਾਂ ਦਾ ਮਸਲਾ ਕੀ ਆ। ਕਹਿੰਦਾ ਵੀ ਉਹਨਾਂ ਦਾ ਮਸਲਾ ਇਹ ਹੀ ਆ, ਉਹ ਕਹਿੰਦੇ ਵੀ ਇੱਕ ਤਾਂ ਸਾਡੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਸਿਲੇਬਸ ਵਿੱਚ ਪੜ੍ਹਾਓ, ਦੂਜਾ ਜਿਹੜੇ ਵਜ਼ੀਫੇ ਆ ਉਹ 6ਵੀਂ ਤੋਂ ਚਾਲੂ ਕਰੋ, ਔਰ ਘੱਟੋ ਘੱਟ ਜਿਹੜੇ ਇਹ 30 ਰੁਪਏ ਮਹੀਨਾ ਮਿਲਣੇ ਚਾਹੀਦੇ ਹੈਗੇ ਆ ਉਸ ਵੇਲੇ। ਔਰ ਉਹ ਕੈਬਨਿਟ ਨੇ ਮੰਨੀਆਂ ਸਾਡੀਆਂ ਤਿੰਨੇ ਹੀ ਮੰਗਾਂ। ਜਿਸ ਤਰ੍ਹਾਂ ਤੁਸੀਂ 74 ਦੀ ਗੱਲ ਕੀਤੀ ਜਾਂ ਉਸ ਤੋਂ 80 ਤੱਕ ਵੀ ਆਪਾਂ ਗੱਲ ਕਰੀਏ, ਉਦੋਂ ਤੱਕ ਜਿਹੜੇ ਹਾਲਾਤ ਕੀ ਉਹਨਾਂ ਵਿੱਚ ਕੋਈ ਚੇਂਜ ਆਇਆ ਜਾਂ ਕਿੰਨਾ ਕੁ ਚੇਂਜ ਆਇਆ? ਨਹੀਂ, ਜਿੱਥੋਂ ਤੱਕ ਚੇਂਜ ਦੀ ਗੱਲ ਹੈਗੀ ਹੈ ਬਈ ਅਸੀਂ 2 ਸਾਲ ਬਾਅਦ ਹੀ 1976 ਦੇ ਵਿੱਚ ਆਪਣੇ ਮਹਾਂਪੁਰਖੇ ਜਿਹੜੇ ਹੈ ਉਹਨਾਂ ਦੇ ਵਿੱਚੋਂ ਇੱਕ ਸ਼ੰਭੂਕ ਨਾਂ ਦਾ ਜਿਹੜਾ ਮਹਾਂਪੁਰਖ ਹੈ ਸਾਡਾ, ਉਹਨੂੰ ਬੜੀ ਬੁਰੀ ਤਰ੍ਹਾਂ ਸ਼ਹੀਦ ਕੀਤਾ ਗਿਆ। ਅਸੀਂ ਉਹਦਾ ਸ਼ਹੀਦੀ ਦਿਨ ਮਨਾਇਆ। ਪਰ ਜਿਹੜੀਆਂ ਉੱਚ ਜਾਤੀਆਂ ਸੀ, ਜ਼ਿਮੀਂਦਾਰ ਲੋਕ ਸੀ, ਹੋਰ ਜਿਹੜੇ ਲੋਕ ਸੀ, ਸਵਰਨ ਲੋਕ ਸੀਗੇ, ਉਹਨਾਂ ਨੂੰ ਇਹ ਗੱਲ ਦੇਖਿਆ ਵੀ ਜੇ ਆਪਣੇ ਇਤਿਹਾਸ ਨੂੰ ਜਾਣਨ ਲੱਗ ਪਏ ਔਰ ਇਹ ਆਪਣੀਆਂ ਗੱਲਾਂ ਮਹਾਂਪੁਰਖਾਂ ਦੀਆਂ ਕਰਨ ਲੱਗ ਪਏ ਤਾਂ ਇੱਕ ਦਿਨ ਜਿਹੜਾ ਰਾਜ ਭਾਗ ਇਹ ਵਾਪਸ ਆਪਣਾ ਲੈ ਲੈਣਗੇ। ਇਸ ਲਈ ਉਹ ਸਾਨੂੰ ਉਹਨਾਂ ਨੇ ਸਾਜ਼ਿਸ਼ ਰਚ ਕੇ ਪੰਚਾਇਤ ਦੇ ਨਾਲ ਰਲ ਕੇ ਸਾਨੂੰ ਜਿਹੜੀ ਸਾਡੀ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਸੀ ਉਸ ਵੇਲੇ, ਉਹਨੂੰ ਉਹਦੇ ਜਿਹੜੇ ਕਾਰਕੁਨ ਸੀ 11 ਅਤੇ ਮੈਂ ਵੀ ਸੀ, ਜਿਹਦੇ ਵਿੱਚ 11-11 12-12 ਸਾਲ ਦੇ ਵੀ ਬੱਚੇ ਸੀਗੇ, ਉਹਨਾਂ ਨੇ ਸਾਨੂੰ ਅੰਦਰ ਕਰਾ ਦਿੱਤਾ। ਅੰਦਰ ਇਹ ਕਰਾ ਦਿੱਤਾ ਹੈ ਅਤੇ ਪਰ ਉਹ ਜਿਹੜੇ ਲੋਕ ਸੀ ਜ਼ਿਮੀਂਦਾਰ, ਅਤੇ ਉਹ MLA ਕੋਲ ਗਏ, ਜਿਹੜਾ ਇਲਾਕੇ ਦਾ MLA ਸੀ ਉੱਥੇ ਦਾ, ਉਸ ਵੇਲੇ ਸਾਨੂੰ ਬੰਗਾ ਹਲਕਾ ਪੈਂਦਾ ਹੈ, ਉੱਥੇ ਦਾ ਜਿਹੜਾ MLA ਸੀ ਉਹਦੇ ਕੋਲ ਗਏ ਵੀ ਇਹ ਉਹੋ ਹੀ ਮੁੰਡੇ ਆ ਬਈ ਜਿਹੜੇ ਤੁਹਾਨੂੰ ਡਾਕਟਰ ਅੰਬੇਡਕਰ ਚੌਂਕ 'ਚ ਕਾਂਗਰਸ ਦੀ ਰੈਲੀ ਨਹੀਂ ਹੋਣ ਦਿੰਦੇ, ਮੀਟਿੰਗ ਨਹੀਂ ਹੋਣ ਦਿੰਦੇ, ਇਹ ਉਹੀ ਮੁੰਡੇ ਹੈਗੇ ਆ ਬਈ ਚੌਧਰੀ ਸਾਹਿਬ ਤੁਸੀਂ ਹੁਣ ਮੌਕਾ ਵੀ ਇਹਨਾਂ ਨੂੰ ਐਮਰਜੈਂਸੀ ਲੱਗੂਗੀ ਆ ਦੇਸ਼ ਦੇ ਵਿੱਚ, ਬਈ ਤੁਸੀਂ ਇਹਨਾਂ ਨੂੰ ਨਜ਼ਰਬੰਦ ਕਰਾ ਦਿਓ। ਤਾਂ ਉਹਨੇ ਉਹਨੂੰ ਲਿਆਂਦਾ, ਉੱਥੇ ਲਿਆ ਕੇ ਉਹਨੇ ਬੜੇ, ਜਦੋਂ ਥਾਣੇ 'ਚ ਅਸੀਂ ਅੰਦਰ ਬੰਦ ਸੀਗੇ ਤਾਂ ਉਹ ਆਉਂਦੇ ਨੇ ਗੱਡੀ 'ਚੋਂ ਉਤਰ ਕੇ, ਮਿਨਿਸਟਰ ਸੀ ਉਸ ਵੇਲੇ ਉਹਨੇ ਮੈਨੂੰ ਜਿਹੜਾ ਬੜੀ ਟੀਚਰ ਕੀਤੀ, ਕਹਿੰਦਾ ਜੈ ਕਿੱਦਾਂ ਜੈ ਭੀਂਡ, ਜਾਣੀ ਸਾਡੇ ਮਹਾਂਪੁਰਖੇ ਜੈ ਭੀਮ ਨੂੰ ਉਹਨੇ ਜਿਹੜਾ ਵਿਗਾੜ ਕੇ ਸਾਨੂੰ ਚਿਤਾੜਿਆ। ਮੈਂ ਪਰ ਉਹਨਾਂ ਨੂੰ ਜਵਾਬ ਬੜਾ ਸਖਤ ਦਿੱਤਾ, ਮੈਂ ਵੀ ਸ਼ਬਦ ਲਫ਼ਜ਼ਾਂ ਦੇ ਵਿੱਚ ਦਿੱਤਾ। ਔਰ ਇੰਨੇ ਨੂੰ SHO ਉੱਪਰ ਸੀਗਾ ਥਾਣੇ ਦੇ ਰੈਸ਼, ਉਹਦੀ ਥੱਲੇ ਆ ਗਿਆ ਅਤੇ ਉਹ ਆ ਕੇ ਉਹਨੂੰ ਸਲੂਟ ਮਾਰਿਆ ਉਹਨੂੰ, ਅਤੇ ਉਹਨਾਂ ਨੂੰ ਕਹਿੰਦਾ ਇੱਕਦਮ, ਕਹਿੰਦਾ ਬਈ ਤੁਸੀਂ ਇਹਨਾਂ ਮੁੰਡਿਆਂ ਦਾ ਕੀ ਕੀਤਾ। ਉਹ ਕਹਿੰਦਾ ਚੌਧਰੀ ਸਾਹਿਬ ਇਹ ਨਿਆਣੇ ਆ, ਛੋਟੇ ਛੋਟੇ ਬੱਚੇ ਆ, ਬਈ ਇਹਨਾਂ ਨੇ ਜੇ ਕੋਈ ਉੱਥੇ ਡਰਾਮਾ ਖੇਡਿਆ ਆ ਵੀ ਕੋਈ ਗੱਲ ਨਹੀਂ, ਅਸੀਂ ਪਿੰਡ ਇਹਨਾਂ ਨੂੰ ਲੈ ਜਾਵਾਂਗੇ, ਇਹਨਾਂ ਦੇ 2-2 ਮਾਰਾਂਗੇ ਚਪੇੜਾਂ, ਹੋਏ ਫਿਰ ਨਾ ਇਹ ਕੰਮ ਕਰਿਓ। ਕਹਿੰਦਾ ਨਹੀਂ, ਕਹਿੰਦਾ ਇਹ ਜੈ ਭੀਮ ਸਪੋਲੀਏ ਆ, ਬਈ ਇਹ ਮੈਨੂੰ ਅੰਬੇਡਕਰ ਚੌਂਕ 'ਚ ਮੀਟਿੰਗ ਨਹੀਂ ਕਰਨ ਦਿੰਦੇ ਹੈਗੇ,
ਬਈ ਇਸ ਲਈ ਤੂੰ ਇਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਬਣਾ। ਬਈ ਇਹਨੀ ਦੇਸ਼ ਦੇ ਵਿੱਚ ਇੱਕ ਬਗਾਵਤ ਕੀਤੀ ਹੈਗੀ ਆ, ਇਹਨੀ ਐਮਰਜੈਂਸੀ ਦੇ ਖਿਲਾਫ, ਇੰਦਰਾ ਗਾਂਧੀ ਦੇ ਖਿਲਾਫ ਬਗਾਵਤ ਕੀਤੀ ਹੈਗੀ ਆ। ਇਸ ਲਈ ਬਗਾਵਤ ਦਾ ਕੇਸ ਇਹਨਾਂ ਤੇ ਬਣਾ ਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੇ, ਤਾਂ ਜੋ ਕਿ ਇਹਨਾਂ ਦੀ ਕੋਈ ਸੁਣਾਈ ਨਾ ਹੋ ਸਕੇ, ਇਹਨਾਂ ਦਾ ਕੋਈ ਵਕੀਲ ਦਲੀਲ ਨਾ ਹੋ ਸਕੇ। ਔਰ ਉਹ ਜ਼ਿਮੀਂਦਾਰ ਸੀਗਾ, SHO ਜੱਟ ਸੀਗਾ, ਉਹ ਕਹਿੰਦਾ ਚੌਧਰੀ ਸਾਹਿਬ ਇੰਨਾ ਜ਼ੁਲਮ ਕਿਉਂ ਕਰ ਰਹੇ, ਬੱਚੇ ਤੁਹਾਡੇ ਹੀ ਆ, ਕਿਉਂਕਿ ਉਹ ਵੀ MLA ਵੀ ਰਿਜ਼ਰਵ 'ਤੇ ਹੀ ਜਿੱਤਿਆ ਹੋਇਆ ਸੀਗਾ। ਉਹ ਕਹਿੰਦਾ ਤੁਹਾਡੇ ਹੀ ਬੱਚੇ ਹੈਗੇ ਆ, ਵੀ ਤੁਸੀਂ ਇਹਨਾਂ 'ਤੇ ਇੰਨਾ ਜ਼ੁਲਮ ਕਿਉਂ ਕਰ ਰਹੇ? ਨਹੀਂ, ਕਹਿੰਦਾ ਇਹ ਜੈ ਭੀਮ ਸਪੋਲੀਏ ਆ, ਇਸ ਕਰਕੇ ਇਹ ਕਹਿ ਕੇ ਚਲ ਗਿਆ ਵੀ ਜੇ ਨੌਕਰੀ ਚਾਹੀਦੀ ਤਾਂ ਇਹਨਾਂ ਨੂੰ ਨਜ਼ਰਬੰਦ ਕਰ ਦੇ। ਉਹ ਫਿਰ ਕਹਿੰਦਾ ਸਾਨੂੰ SHO ਬਈ ਵੀ ਕਾਕਾ ਆਪਣੇ ਕੱਪੜੇ ਮੰਗਾ ਲਓ ਘਰਾਂ ਤੋਂ, ਪਤਾ ਨਹੀਂ ਹੁਣ ਕਦੋਂ ਉਦੋਂ, ਕਿਉਂਕਿ ਐਮਰਜੈਂਸੀ ਦੇ ਵਿੱਚ ਕੋਈ ਸੁਣਾਈ ਨਹੀਂ ਸੀ, ਵੀ ਹੁਣ ਪਤਾ ਨਹੀਂ ਤੁਹਾਡਾ ਕਦੋਂ ਤੁਸੀਂ ਬਾਹਰ ਆਉਣਾ ਨਹੀਂ ਆਉਣਾ। ਉਹਨੇ ਸਾਨੂੰ ਨਜ਼ਰਬੰਦ ਕਰ ਦਿੱਤਾ ਅਤੇ ਅਸੀਂ ਜੇਲ੍ਹ ਦੇ ਵਿੱਚ ਹੀ ਜਿਹੜਾ ਰਹੇ। ਅਤੇ ਜਦੋਂ ਰਹੇ ਜੇਲ੍ਹ 'ਚ ਵੀ ਜਿਹੜਾ ਇੱਕ ਘਟਨਾ ਬੜੀ ਘਟੀ। ਪਹਿਲਾਂ ਤਾਂ ਉਹਨੇ ਮੈਨੂੰ ਟੌਰਚਰ ਬਹੁਤ ਕਰਾਇਆ ਇਹਨੇ, ਔਰ ਟੌਰਚਰ ਵੀ ਇੰਨਾ ਬੁਰੀ ਤਰ੍ਹਾਂ ਕਰਾਇਆ ਵੀ ਮੇਰੇ ਫਟ ਗਈ ਨਾਲੀ ਬਰੇਨ ਦੀ, ਅਤੇ ਮੇਰੇ ਨੱਕ 'ਚੋਂ, ਅੱਖਾਂ ਚੋਂ, ਕੰਨਾਂ 'ਚੋਂ ਖੂਨ ਵਗਣ ਲੱਗ ਪਿਆ। ਅਤੇ ਉਹਨੇ ਮੇਰੇ ਅਸਲ 'ਚ ਸ਼ਿਕੰਜਾ ਲਾ ਕੇ ਕੁੱਟ ਦਿੱਤਾ ਸੀ ਇਹ ਸਿਰ 'ਤੇ। ਅਤੇ ਉਹ ਫਿਰ ਬਾਅਦ 'ਚ ਮੈਂ ਹੋਸਪੀਟਲ 'ਚ ਰੱਖਿਆ, 27 ਦਿਨ ਮੈਂ ਹੋਸਪੀਟਲ 'ਚ ਰਿਹਾ ਜਲੰਧਰ। ਅਤੇ ਬਾਅਦ 'ਚ ਫਿਰ ਉਹ ਉੱਥੇ ਇਸੇ ਦਰਮਿਆਨ 'ਚ ਜਦੋਂ ਮੈਂ ਹੋਸਪੀਟਲ 'ਚ ਐਡਮਿਟ ਸੀ, ਤਾਂ ਉੱਥੇ ਮੇਰੇ ਨਜ਼ਦੀਕ ਹੀ ਜਿਹੜੀਆਂ ਔਰਤਾਂ ਸੀ ਉਹ ਰੋਣ ਲੱਗ ਪਈਆਂ। ਜਦ ਰੋਣ ਲੱਗ ਪਈਆਂ ਤਾਂ ਮੈਂ ਇੱਕ ਨੂੰ ਆਵਾਜ਼ ਮਾਰ ਕੇ ਕਿਹਾ, ਮੈਂ ਕਿਹਾ ਬੀਬੀ ਕੀ ਗੱਲ ਹੋਈ? ਕਹਿੰਦੀਆਂ ਵੀ ਗੱਲ ਕੀ ਹੋਣੀ ਸੀ, ਵੀ ਆਹ ਜਿਹੜਾ ਸਾਧ ਆ ਬਈ ਇਹ ਉਹਨੇ ਤਿਰੰਗਾ ਝੰਡਾ ਸਿਰ 'ਤੇ ਬੰਨ੍ਹਿਆ ਹੁੰਦਾ ਸੀ ਕਾਂਗਰਸ ਦਾ, ਬਈ ਇਹ ਸਾਡੇ ਪਿੰਡਾਂ 'ਚ ਜਾਂਦਾ ਪੁਲਿਸ ਲੈ ਕੇ, ਸਾਡੀਆਂ ਔਰਤਾਂ ਨੂੰ ਫੜ ਕੇ ਲੈ ਆਉਂਦਾ ਅਤੇ ਜ਼ਬਰਦਸਤੀ ਨਸਬੰਦੀ ਕਰ ਦਿੰਦੇ ਆ, ਅਤੇ ਕਹਿੰਦਾ ਹੈਗਾ ਵੀ ਜਿਹੜੀਆਂ ਚਮਾਰੀਆਂ ਚੂੜੀਆਂ ਆ ਇਹ ਸੂਰੀਆਂ ਵਾਂਗੂ ਬੱਚੇ ਪੈਦਾ ਕਰਦੀਆਂ ਹੈਗੀਆਂ, ਇਸ ਕਰਕੇ ਇਹਨਾਂ ਦੀ ਨਸਬੰਦੀ ਕਰਨੀ ਹੈਗੀ ਆ। ਅਤੇ ਕਹਿੰਦੇ ਕੱਲ੍ਹ ਆ ਲਿਆਂਦੀ ਸੀਗੀ, ਉਹਨੇ ਠੀਕ ਨਹੀਂ ਕੀਤਾ, ਇਹ ਵਹੁਟੀ ਮਰ ਗਈ ਹੈਗੀ ਆ, ਨਿੱਕੇ ਨਿੱਕੇ ਇਹਦੇ ਬੱਚੇ ਹੈਗੇ ਆ। ਮੈਂ ਫਿਰ ਮੈਨੂੰ ਇੱਦਾਂ ਸੰਗਲ ਲੱਗੇ ਸੀ, ਮੈਨੂੰ ਵੀ, ਮੈਂ ਬੈੱਡ ਦੇ ਉੱਤੇ ਸੀਗਾ, ਮੇਰੇ 'ਚ ਇੰਨਾ ਜੋਸ਼ ਆਇਆ, ਮੈਂ ਪੁਲਿਸ ਵੀ ਗਾਰਦ ਬੈਠੀ ਸੀ, ਉਹ ਆਪਣੀ ਤਾਸ਼ ਖੇਡਦੀ ਸੀ ਪੁਲਿਸ, ਮੈਂ ਲੈ ਕੇ ਉੱਥੋਂ ਉੱਠਿਆ, ਉੱਠ ਕੇ ਨਾਲ ਹੀ ਬੈੱਡ ਖਿੱਚ ਕੇ ਉਹਦੇ ਨੂੰ ਦੌੜਾ। ਇੰਨੇ 'ਚ ਫਿਰ ਉਹ ਸਾਰੇ ਹਲਚਲ ਪੈ ਗਈ, ਬੰਨ੍ਹਿਆ ਸੀ ਮੈਂ ਪੈਰਾਂ ਤੋਂ ਵੀ, ਸਿਰ ਇੱਥੋਂ ਬਾਹਾਂ ਤੋਂ ਵੀ, ਪਰ ਨਹੀਂ ਉਹ ਬਚ ਗਿਆ। ਪਰ ਉਹ ਮੁੜ ਕੇ ਸਾਧ ਉੱਥੇ ਆਇਆ ਨਹੀਂ, ਮੁੜ ਕੇ ਨਹੀਂ ਫਿਰ ਸਾਡੀਆਂ ਔਰਤਾਂ ਬੀਬੀਆਂ ਨੂੰ ਜ਼ਬਰਦਸਤੀ ਲਿਆ ਕੇ ਨਸਬੰਦੀ ਨਹੀਂ ਕਰਾ ਸਕਿਆ। ਫਿਰ 1977 'ਚ ਐਮਰਜੈਂਸੀ ਜਿਹੜੀ ਆ ਟੁੱਟ ਗਈ, ਅਤੇ ਟੁੱਟ ਗਏ ਸਾਰੇ ਜਿਹੜੇ ਸੀਗੇ ਸਿਆਸੀ ਉਹ ਬਾਹਰ ਰਿਹਾ ਕਰ ਦਿੱਤੇ, ਅਤੇ ਸਾਨੂੰ ਵੀ ਰਿਹਾ ਕਰ ਦਿੱਤਾ ਹੈਗਾ। ਫਿਰ ਅਸੀਂ ਉਹਦਾ ਕੇਸ ਲੜਿਆ ਵੀ ਸਾਡੇ ਨਾਲ ਇਹ ਜ਼ਿਆਦਤੀ ਹੋਈ ਹੈਗੀ ਆ, ਵੀ ਇਹ ਸਾਡੇ 'ਚ, ਅਸੀਂ ਕਿਸੇ ਪਾਰਟੀ ਦੇ ਬੰਦੇ ਨਹੀਂ ਸੀਗੇ, ਅਸੀਂ ਕੋਈ ਸਰਕਾਰ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਸੀ, ਅਸੀਂ ਤਾਂ ਸਿਰਫ ਆਪਣਾ ਸਮਾਜ ਦਾ ਕੀਤਾ ਸੀਗਾ। ਤਾਂ ਬਈ ਇਸ ਕਰਕੇ ਕੇਸ ਲੜਿਆ, ਉਹ ਕੇਸ ਵੀ ਅਸੀਂ ਜਿੱਤੇ ਹੈਗੇ ਹਾਂ। ਔਰ ਉਸ ਕੇਸ ਤੋਂ ਬਾਅਦ ਫਿਰ ਸਾਡਾ ਦੇਖ ਕੇ ਵੀ ਇਹ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਹੈਗੇ ਆ, ਇਹ ਸੰਘਰਸ਼ ਯੋਧੇ ਹੈਗੇ, ਸਰਕਾਰ ਨੇ ਫਿਰ ਸਾਨੂੰ ਸੰਘਰਸ਼ ਯੋਧੇ ਦਾ ਅਵਾਰਡ ਦਿੱਤਾ 11 ਮੁੰਡਿਆਂ ਨੂੰ, ਅਤੇ ਸਾਨੂੰ ਪੈਨਸ਼ਨਾਂ ਲਾਈਆਂ ਹੈਗੀਆਂ ਔਰ ਮਿਲਦੀਆਂ। ਜਿਸ ਤਰ੍ਹਾਂ ਤੁਸੀਂ 11 ਮੁੰਡਿਆਂ ਦੀ ਗੱਲ ਕੀਤੀ, ਜਿਹੜੇ 11 ਦੇ 11 ਸੀ, ਕੀ ਇਹ ਜਿਹੜੇ 11 ਸੀਗੇ ਇਹ ਸਾਰੇ ਦਲਿਤ ਸਮਾਜ ਵਿੱਚੋਂ ਸੀ, ਜਾਂ ਫਿਰ ਕੋਈ ਹੋਰ ਵੀ ਜਿਹੜੇ ਕਾਸਟ ਦੇ ਤੁਹਾਡੇ ਨਾਲ ਇਨਵੋਲਵਮੈਂਟ ਸੀਗੀ ਉਹਨਾਂ ਨੌਜਵਾਨਾਂ ਦੀ? ਇਹ ਸਾਰੇ ਦਲਿਤ ਹੀ ਸੀਗੇ, ਇਹ ਸਾਰੇ ਦਲਿਤ ਬੱਚੇ ਹੀ ਸੀਗੇ ਜਿੰਨੇ ਵੀ ਸੀਗੇ, ਹੋਰ ਨਹੀਂ ਸਾਡੇ ਨਾਲ ਉਸ ਵੇਲੇ ਜਿਹੜਾ ਕੋਈ ਵੀ। ਅਤੇ ਉਦੋਂ ਤਾਂ ਇੰਨਾ ਡਰਾ ਦਿੱਤਾ ਹੀ ਨਹੀਂ ਸਾਡੇ ਸਮਾਜ ਦੇ ਲੋਕਾਂ ਨੂੰ, ਸਾਡੇ ਮਗਰ ਹੀ ਕੋਈ ਨਹੀਂ ਆਉਂਦਾ ਸੀ। ਆਪਣੇ ਸਮਾਜ ਦੇ ਕਿੰਨੇ ਕੁ ਖੜਦੇ ਪਿੱਛੇ? ਕੋਈ ਵੀ ਨਹੀਂ ਸਾਡੇ ਪਿੱਛੇ ਖੜਿਆ, ਡਰ ਗਏ। ਉਹ ਕਹਿੰਦੇ ਇਹਨਾਂ ਦੀਆਂ ਤਲਾਸ਼ਾਂ ਵੀ ਨਹੀਂ ਆਉਣੀਆਂ ਬੱਚਿਆਂ ਦੀਆਂ ਹੁਣ, ਵੀ ਇਹਨਾਂ ਦੇ ਇਹਨੀ ਬਗਾਵਤ ਕੀਤੀ ਹੈਗੀ, ਇਹਨਾਂ 'ਤੇ 2 ਕੇਸ ਇੱਦਾਂ ਦੇ ਬਣਾਤੇ ਹੈਗੇ ਵੀ ਤਾਂ ਇਹਨਾਂ ਦੀਆਂ ਤਾਂ ਡੈੱਡ ਬੋਡੀਆਂ ਵੀ ਨਹੀਂ ਵਾਪਸ ਆਉਣੀਆਂ ਹੈਗੀਆਂ। ਇਸ ਕਰਕੇ ਕੋਈ ਸਾਡੇ ਨਹੀਂ ਸੀ ਮਗਰ ਆਇਆ। ਸਿਰਫ ਇਹ ਹਦੀਆਬਾਦ ਦੇ ਵਿੱਚ ਇੱਕ ਵਾਲਮੀਕੀ ਆਗੂ ਸੀਗਾ, ਉਹ ਦੁਰਗਾ ਦਾਸ ਆਦੀਵਾਸੀ, ਇੱਕ ਉਹ, ਅਤੇ ਇੱਕ ਨਾਲ ਹੀ ਉਹ ਜਿਹੜਾ ਮੁਫਤਪੁਰਾ ਹੈਗਾ ਆ ਮਹੱਲਾ, ਉੱਥੇ ਸੱਲਣ ਕਰਕੇ ਸ਼ੰਕਰ ਦਾਸ ਸੀਗਾ, ਜਿਹੜਾ ਮਾਹੀ ਫਰਨੀਚਰ ਵਾਲੇ ਅੱਜ ਉਹਨਾਂ ਦਾ ਬਾਪ, ਅਤੇ ਇੱਕ ਸੀਗਾ ਸੱਲਣ ਕਰਕੇ। ਇਹ ਸਾਨੂੰ ਜੇਲ੍ਹ 'ਚ ਮੁਲਾਕਾਤ ਕਰਨ ਆਉਂਦੇ ਹੁੰਦੇ ਸੀ, ਔਰ ਸਾਨੂੰ ਜੇਲ੍ਹ 'ਚ ਕਦੀ ਗੁੜ ਕਦੀ ਘੇ ਦੇ ਕੇ ਜਾਂਦੇ, ਹੋਰ ਨਹੀਂ ਕੋਈ ਸਾਡੇ ਮਗਰ। ਦਰਸ਼ਕੋ, ਇਹ ਜਿਹੜੀਆਂ ਗੱਲਾਂ ਹੋ ਰਹੀਆਂ ਆ, ਇਹ ਉਸ ਪੁਰਾਣੇ ਸਮੇਂ ਦੀਆਂ ਨਹੀਂ, ਇਹ ਕਹਿ ਸਕਦੇ ਕਿ ਅੱਜ ਤੋਂ ਜਿਹੜੀਆਂ
ਕੁਝ ਕੁ ਸਾਲ ਪਹਿਲਾਂ ਦੀਆਂ ਗੱਲਾਂ, ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਸਮਾਜ ਹੈ ਉਹਨਾਂ ਨੂੰ ਲਤਾੜਿਆ ਜਾਂਦਾ ਸੀ। ਬਿਰਦੀ ਸਾਹਿਬ, ਜੇ ਜਿਸ ਤਰ੍ਹਾਂ ਹੁਣ ਆਪਾਂ ਇਹ ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗਾ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਬਿਰਦੀ ਹੁਣਾਂ ਦਾ ਗ੍ਰਹਿ ਆ, ਜਿਹਦੇ ਵਿੱਚ ਇੱਕ ਜਿਹੜਾ ਕਮਰਾ ਹੈ ਉਹਨਾਂ ਦਾ ਇੱਕ ਕਹਿ ਸਕਦੇ ਹਾਂ ਕਿ ਵੱਡੀ ਲਾਇਬ੍ਰੇਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਚਾਰੇ ਪਾਸੇ ਜਿਹੜੀਆਂ ਕਿਤਾਬਾਂ ਪਈਆਂ ਆ। ਬਿਰਦੀ ਸਾਹਿਬ ਹੁਣੀ ਜਿਹੜੀਆਂ ਆਪ ਵੀ, ਕਿਉਂਕਿ ਇਹ ਵਧੀਆ ਸਾਹਿਤਕਾਰ ਆ, ਇਹਨਾਂ ਨੇ ਵੀ ਆਪਣੀਆਂ ਵੀ ਕਿਤਾਬਾਂ ਲਿਖੀਆਂ। ਬਿਰਦੀ ਸਾਹਿਬ, ਜੇ ਮੈਂ ਗੱਲ ਕਰਾਂ, ਕਿਉਂਕਿ ਲਾਇਬ੍ਰੇਰੀ ਆਪਾਂ ਦੇਖੀ, ਦਰਸ਼ਕ ਵੀ ਸਾਡੇ ਦੇਖ ਰਹੇ ਆ, ਅਣਗਿਣਤ ਜਿਹੜੀਆਂ ਕਿਤਾਬਾਂ ਇੱਥੇ ਪਈਆਂ ਆ। ਜੇ ਮੈਂ ਤੁਹਾਡੀ ਗੱਲ ਕਰਾਂ ਕਿ ਤੁਸੀਂ ਹੁਣ ਤੱਕ ਕਿੰਨੀਆਂ ਕੁ ਜਿਹੜੀਆਂ ਕਿਤਾਬਾਂ ਲਿਖ ਚੁੱਕੇ ਹੋ? ਅਸੀਂ ਦਲਿਤ ਸਾਹਿਤ ਦੇ ਨਾਲ ਸੰਬੰਧਿਤ ਜਿਹੜੀਆਂ 3 ਦਰਜਨ ਤੋਂ ਵੱਧ ਉੱਪਰ ਕਿਤਾਬਾਂ, ਜਿਹੜੀਆਂ ਜਿੱਦਾਂ ਇਹ ਪੰਜਾਬ ਦਾ ਦਲਿਤ ਇਤਿਹਾਸ ਹੈ, ਭਾਰਤ ਦਾ ਦਲਿਤ ਇਤਿਹਾਸ ਹੈ, ਦਲਿਤ ਸ਼ਹੀਦਾਂ ਦਾ ਇਤਿਹਾਸ ਹੈ, ਇਹ ਕਰੀਬ ਅਸੀਂ ਲਿਖੀਆਂ ਹੈਗੀਆਂ। ਅਤੇ ਜਿਹੜੀਆਂ ਬੁੱਕਲੈਟਸ ਹੈਗੀਆਂ ਉਹ ਵੱਡੇ ਮਹਾਂਪੁਰਖੇ ਜਿਹੜੇ ਆਪਣੇ 60, ਉਹਨਾਂ ਦੇ ਉੱਤੇ ਅਸੀਂ ਉਹ ਵੀ ਲਿਖੀਆਂ ਹੈਗੀਆਂ। ਅਤੇ ਮੈਂ ਬੈਂਸ ਸਾਹਿਬ ਇਹ ਵੀ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਪੰਜਾਬ ਦੇ ਦਲਿਤ ਇਤਿਹਾਸ ਦੇ ਵਿੱਚ ਜਦੋਂ ਅਸੀਂ ਉਹ ਵਿੱਦਿਆ ਮੰਤਰੀ ਨੂੰ ਘੇਰਿਆ ਨਾ, ਆਹ ਘੇਰਦਿਆਂ ਦੀ ਫੋਟੋ ਆ ਦੇਖੋ, ਇਹ ਘੇਰਦਿਆਂ ਦੀ ਫੋਟੋ ਆ। ਫਿਰ ਜਿਹੜੇ ਸਾਨੂੰ ਐਮਰਜੈਂਸੀ 'ਚ ਨਜ਼ਰਬੰਦ ਕਰਾਇਆ ਹੈਗਾ, ਇਹ ਉਹ 11 ਜਿਹੜੇ ਮੁੰਡੇ ਹੈਗੇ ਆ, ਉਹਨਾਂ ਦੀ ਫੋਟੋ ਹੈਗੀ ਆ। ਇਹ ਉਸ ਵੇਲੇ ਦੀਆਂ ਸਾਰੀਆਂ ਇਹ ਅਖਬਾਰਾਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ। ਅਤੇ ਉਹ ਤੋਂ ਬਾਅਦ ਜਦੋਂ ਨਾ ਅਸੀਂ ਐਮਰਜੈਂਸੀ 'ਚੋਂ ਬਾਹਰ ਆ ਗਏ, ਇਸੇ ਤਰ੍ਹਾਂ ਇੱਕ ਆ ਜਦੋਂ ਬੇਲਛੀ ਕਾਂਟ ਹੋਇਆ ਹੈਗਾ, ਆਪਣਾ ਸਾਰਾ ਇੱਕ ਪਿੰਡ ਸਾਰਾ ਹੀ ਸਾੜ ਦਿੱਤਾ, ਉਹ ਹੋਇਆ। ਅਸੀਂ ਫਿਰ ਐਮਰਜੈਂਸੀ ਤੋਂ ਬਾਅਦ ਆ ਕੇ ਬਈ ਸਾਰੀਆਂ ਸਮਾਜਾਂ ਦੇ, ਦੂਜੀਆਂ ਕੌਮਾਂ ਦੇ ਮੇਲੇ ਲੱਗਦੇ ਹੈਗੇ ਆ, ਸਾਡਾ ਕੋਈ ਮੇਲਾ ਨਹੀਂ ਲੱਗਦਾ ਹੈਗਾ। ਤਾਂ ਅਸੀਂ ਜਿਹੜਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੇ ਉੱਤੇ 14 ਅਪ੍ਰੈਲ 1978 ਨੂੰ ਪਹਿਲੀ ਵਾਰੀ ਜਿਹੜਾ ਦਲਿਤ ਸੱਭਿਆਚਾਰਕ ਮੇਲਾ ਅਸੀਂ ਉਸੇ ਹੀ ਅੰਬੇਡਕਰ ਚੌਂਕ ਦੇ ਵਿੱਚ ਇਹ ਲਾਇਆ ਹੈਗਾ। ਇਹ ਸਾਰਾ ਮੇਲੇ ਦੇ ਵਿੱਚ ਇਹ ਸਾਡੇ ਪਿੰਡ ਦੇ ਇੱਕ ਰਾਜਦੂਤ ਹੋਏ ਤਾਰਾ ਸਿੰਘ ਜੀ, ਉਹ ਵੀ ਆ ਦੇਖ ਰਹੇ ਆ ਉਸ ਮੇਲੇ ਦੇ ਵਿੱਚ। ਹੋਰ ਵੀ ਬਹੁਤ ਸਾਰੇ ਦੁਨੀਆ ਜਿਹੜੀ ਆ ਖੋਥਣਾ ਤੋਂ ਬਹੁਤ ਜਲੂਸ ਲੈ ਕੇ ਲੋਕ ਆਇਆ ਕਰਦੇ ਸੀਗੇ। ਅਤੇ ਇਸ ਤਰ੍ਹਾਂ ਅਸੀਂ ਸੰਘਰਸ਼ ਜਿਹੜਾ ਉਹ ਜ਼ਿੰਦਗੀ 'ਚ ਕਰਦੇ ਰਹੇ ਹੈਗੇ ਆ। ਫਿਰ ਉਸ ਤੋਂ ਬਾਅਦ ਹੀ ਮੈਂ ਫਿਰ ਵਕਾਲਤ ਪੜ੍ਹਨ ਚੱਲ ਗਿਆ। ਜਦੋਂ ਮੈਂ ਵਕਾਲਤ ਪੜ੍ਹਨ ਚੱਲ ਗਿਆ ਅਤੇ ਯੂਨੀਵਰਸਿਟੀ 'ਚ ਮੈਂ ਰਹਿੰਦਾ ਸੀ, ਉੱਥੇ ਵੀ ਸਾਨੂੰ ਬੜੇ ਸੰਘਰਸ਼ ਕਰਨੇ ਪਏ। ਉੱਥੇ 7 ਹੋਸਟਲ ਸੀਗੇ ਅਤੇ ਜਿਹੜੇ ਦਲਿਤ ਲੋਕ ਆ ਜਾਂ ਸਿੱਖ ਵੀ ਜਿਹੜੇ ਪੰਜਾਬ ਦੇ ਸੀਗੇ, ਉਹ ਉਹਨਾਂ ਨੂੰ ਉੱਥੇ ਸਭ ਤੋਂ ਵਧੀਆ BNM ਹੋਸਟਲ ਸੀਗਾ, ਉਹ ਮਾਡਰਨ ਹੋਸਟਲ ਸੀਗਾ। ਅਤੇ ਉਹ ਉੱਚ ਜਾਤੀਆਂ ਨੂੰ ਉਹ 'ਚ ਐਡਮਿਸ਼ਨ ਦਿੰਦੇ ਸੀ। ਅਤੇ BNM ਹੋਸਟਲ ਦੇ ਵਿੱਚ ਜਿਹੜੇ ਦਲਿਤਾਂ ਨੂੰ ਤਾਂ ਸਵਾਲ ਹੀ ਨਹੀਂ, ਉਹ ਕਹਿੰਦੇ ਵੀ ਉਹ ਮੁਸਲਿਮ ਹੋਸਟਲ ਹੈਗਾ, ਉਹਦੇ ਵਿੱਚ ਇਹਨਾਂ ਨੂੰ ਦੇ ਦਿਓ। ਉਹ ਬਹੁਤ ਪੁਰਾਣਾ ਸੀ ਔਰ ਗੰਦਾ ਸੀ ਬਹੁਤ। ਅਤੇ ਉੱਥੇ ਫਿਰ ਅਸੀਂ ਉੱਥੇ ਸੰਘਰਸ਼ ਕੀਤਾ ਦਲਿਤ ਕੇਂਦਰ ਵੱਲੋਂ। ਸੰਘਰਸ਼ ਕਰਕੇ ਫਿਰ ਉੱਥੇ ਐਡਮਿਸ਼ਨ ਜਿਹੜੇ ਦਵਾਏ ਹੈਗੇ ਆ, ਅਤੇ ਸਾਨੂੰ ਦਲਿਤ ਵਿਦਿਆਰਥੀਆਂ ਨੂੰ ਦਵਾਏ। ਫਿਰ ਅਸੀਂ ਜਿਹੜੀ ਆ ਸ਼ੇਰੇ ਪੰਜਾਬ ਸਟੂਡੈਂਟ ਯੂਨੀਅਨ ਉੱਥੇ ਬਣਾਈ ਸੀ, ਕਿਉਂਕਿ ਸਿੱਖਾਂ ਨਾਲ ਵੀ ਉੱਥੇ ਉਸੇ ਤਰ੍ਹਾਂ ਨਫ਼ਰਤ ਹੁੰਦੀ ਆ ਜਿਸ ਤਰ੍ਹਾਂ ਦਲਿਤਾਂ ਨਾਲ ਹੁੰਦੀ ਆ। ਪੰਜਾਬ ਤੋਂ ਬਾਹਰ ਉੱਦਾਂ ਹੀ ਨਫ਼ਰਤ ਕਰਦੇ ਹੈਗੇ ਆ। ਅਤੇ ਉਹ ਫਿਰ ਪੰਜਾਬੀ ਵੀ ਜਿਹੜੇ ਸੀਗੇ ਸਾਰੇ, ਅਤੇ ਸਟੂਡੈਂਟ ਅਸੀਂ ਸ਼ੇਰੇ ਪੰਜਾਬ ਸਟੂਡੈਂਟ ਯੂਨੀਅਨ ਬਣਾ ਕੇ, ਮੈਂ ਜਨਰਲ ਸੈਕਟਰੀ ਸੀ, ਅਤੇ ਅਸੀਂ ਉਹ ਵਾਈਸ ਚਾਂਸਲਰ ਨਾਲ, ਪ੍ਰਿੰਸੀਪਲ ਨਾਲ ਸਾਰਿਆਂ ਨੂੰ ਕੇਸ ਕਰਕੇ ਉੱਥੇ ਸਾਰਿਆਂ ਨੂੰ ਉਹ ਹੱਕ ਦਵਾਏ ਹੈਗੇ ਆ ਇਸ ਤਰ੍ਹਾਂ। ਅਤੇ ਉਸ ਤੋਂ ਬਾਅਦ ਫਿਰ ਵਕਾਲਤ ਕਰਨ ਤੋਂ ਬਾਅਦ ਜਿਹੜਾ ਹੈ ਬਈ ਇਸੇ ਦਰਮਿਆਨ 'ਚ ਹੋਰ ਵੀ ਅਸੀਂ ਤੁਸੀਂ ਸੁਣਿਆ ਹੋਣਾ ਵੀ ਇੱਕ ਅਲਮੋੜਾ ਕਾਂਡ ਹੋਇਆ ਹੈਗਾ। ਅਲਮੋੜਾ ਕਾਂਡ ਜਿਹੜਾ ਯੂਪੀ ਦੇ ਵਿੱਚ ਪੈਂਦਾ, ਉਹ ਇਹ ਕਾਂਡ ਸੀਗਾ ਵੀ ਉੱਥੇ ਜਿਹੜੇ ਲੁਹਾਰ ਆ ਨਾ, ਉਹ ਸ਼ਡਿਊਲਡ ਕਾਸਟ ਆ। ਧੋਬੀ, ਲੁਹਾਰ ਇੱਥੇ ਪੈਕ ਵੱਢਿਆ ਪੰਜਾਬ ਦੇ ਵਿੱਚ, ਪਰ ਉੱਥੇ ਸ਼ਡਿਊਲਡ ਕਾਸਟ ਆ। ਅਤੇ ਉਹ ਜਿਹੜਾ ਸੀਗਾ ਅਲਮੋੜਾ ਦਾ, ਅਤੇ ਉੱਥੇ ਇੱਕ ਬੰਦਾ ਜਿਹੜਾ ਸੀ ਦਲਿਤ, ਉਹ ਅਸ਼ੋਕਾ ਹੋਟਲ 'ਚ ਬਹਿ ਰਿਹਾ ਸੀ। ਹੁਣ ਉੱਥੇ ਟੈਪਸ ਇੰਨੀ ਮਿਲਦੀ ਹੈਗੀ, ਉਹ ਆਟੋਮੈਟਿਕ ਹੀ ਬੜਾ ਤਕੜਾ ਬੰਦਾ ਬਣੇ। ਉਹਨੇ ਜਾ ਕੇ ਫਿਰ ਦਿੱਲੀ 'ਚੋਂ ਕਿਹਾ ਵੀ ਮੈਂ ਆਪਣੇ ਮੁੰਡੇ ਦਾ ਵਿਆਹ ਸ਼ਾਨ ਨਾਲ ਕਰਨਾ ਹੈਗਾ। ਅਤੇ ਉਹਨੇ ਆਪਣੇ ਮੁੰਡੇ ਦਾ ਬਾਜਾ ਵਜਾ ਕੇ, ਢੋਲ ਘੋੜੇ 'ਤੇ ਚੜ੍ਹਾ ਕੇ ਵਿਆਹ ਕਰਕੇ ਬਰਾਤ ਕੱਢੀ। ਜਦੋਂ ਹੀ ਉਹ ਕਫਲਟਾ ਪਿੰਡ ਦੀ ਕਹਾਣੀ ਆ ਇਹ। ਕਫਲਟਾ ਤੋਂ ਅੱਗੇ ਬਰਾਤ ਤੁਰੀ, ਦੂਸਰੇ ਪਿੰਡ 'ਚ ਹੀ ਗਈ, ਪਹਾੜੀ ਇਲਾਕਾ ਤੁਰ ਕੇ ਹੀ ਜਾਣਾ ਪੈਂਦਾ। ਅਤੇ ਉਹ ਦੂਜੇ ਪਿੰਡ ਵਾਲੇ ਜਿਹੜੇ ਉੱਚ ਜਾਤੀ ਠਾਕਰ ਸੀਗੇ, ਉਹਨਾਂ ਨੇ ਬਰਾਤ ਨੂੰ ਘੇਰ ਲਿਆ। ਘੇਰ ਕੇ ਉਹਨਾਂ ਨੇ ਉਹਨੂੰ, ਲਾੜੇ ਨੂੰ ਘੋੜੀ ਤੋਂ ਖਿੱਚ ਲਿਆ, ਬਾਜੇ ਵਾਲਿਆਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਖਪਖਾਨਾ ਪੈ ਗਿਆ। ਅਤੇ ਇੰਨੇ 'ਚ ਹੀ ਫਿਰ ਉਹਨੇ ਸਾਰੀ ਬਰਾਤ ਜਿਹੜੀ ਸੀਗੀ ਉਹਨੂੰ ਇੱਕ ਕਮਰੇ 'ਚ ਬੰਦ ਕਰ ਲਿਆ। ਬੰਦ ਕਰਕੇ ਆਲੇ ਦੁਆਲੇ ਬਾਲਣ ਲਾ ਕੇ ਜੀਂਦੀ ਸਾੜ ਦਿੱਤੀ ਸਾਰੀ ਬਰਾਤ। ਅਤੇ ਉੱਥੇ ਕੋਈ ਵੀ ਉਹਨਾਂ ਦੇ ਨਹੀਂ। ਫਿਰ ਸਾਨੂੰ ਜਦ ਪਤਾ ਲੱਗਾ, ਮੈਂ ਉੱਥੇ ਪੜ੍ਹਦਾ ਹੀ ਸੀ ਉਦੋਂ ਦਿੱਲੀ, ਅਤੇ ਅਸੀਂ ਫਿਰ ਜਿਹੜਾ ਆ ਉੱਥੋਂ ਹੀ ਜਾ ਕੇ ਕੇਸ ਲੜਦੇ ਰਹੇ ਹੈਗੇ। ਉਹਦਾ ਐਡਵੋਕੇਟ ਬਾਪੂ ਰਾਵ ਖੇਡੇ ਜੀ ਸੁਪਰੀਮ ਕੋਰਟ 'ਚ ਵਕੀਲ ਸੀਗੇ, ਸਾਡੇ ਦੋਸਤ ਸੀਗੇ, ਸਾਡੇ ਦਲਿਤ ਪੈਂਥਰ ਦੇ ਪ੍ਰੈਜ਼ੀਡੈਂਟ ਵੀ ਸੀ ਉੱਥੇ ਦੇ। ਅਸੀਂ ਜਾ ਕੇ ਫਿਰ ਉਹ ਕੇਸ ਲੜੇ ਹੈਗੇ ਆ ਔਰ ਉਹਨਾਂ ਨੂੰ ਸਜ਼ਾਵਾਂ ਕਰਾਈਆਂ ਹੈਗੀਆਂ। ਉੱਥੋਂ ਸਾਡਾ ਅਲਮੋੜਾ ਜ਼ਿਲ੍ਹਾ ਜਿਹੜੀ ਆ ਸੈਸ਼ਨ ਕੋਰਟ, ਉੱਥੇ ਕੋਈ ਸਾਡਾ ਵਕੀਲ ਵੀ ਨਹੀਂ ਬਣਦਾ ਸੀ।
ਇੰਨਾ ਦਹਿਸ਼ਤ ਆ ਉੱਚ ਜਾਤੀਆਂ ਦੀ ਉੱਥੇ। ਤੇ ਉਹ ਫਿਰ ਅਸੀਂ ਇੱਦਾਂ ਸੰਘਰਸ਼ ਕੀਤਾ ਤੇ ਫਿਰ ਮੈਂ ਜਦ ਵਕਾਲਤ ਕਰਕੇ ਇੱਥੇ ਆਇਆ ਤੇ ਆ ਕੇ ਮੈਂ ਇਹ ਜਿਹੜਾ ਹੈਗਾ ਜੀਟੀ ਰੋਡ 'ਚ, ਜਿੱਥੇ ਹੁਣ ਕੱਪੜਾ ਮਿਲ ਦੇ ਨਾਲ ਹੀ ਜਿਹੜੀ ਲੈਨ ਆ, ਇਹਦੇ ਨਾਲ ਹੀ ਰਤਨਪੁਰਾ ਜਿਹੜਾ ਪੈਂਦਾ, ਉਹਦੇ ਉੱਤੇ ਹੀ ਮੈਂ ਅੰਬੇਡਕਰ ਬੁੱਧਾ ਮਾਰਕਸ ਲਰਨਿੰਗ ਸੈਂਟਰ ਖੋਲ੍ਹਿਆ। ਤੇ ਉਹ ਜਦੋਂ ਹੀ ਅਸੀਂ ਖੋਲ੍ਹਿਆ ਉੱਥੇ ਫੰਕਸ਼ਨ ਹੋਏ, ਮਜ਼ਦੂਰਾਂ ਦੇ ਆਗੂ ਦੀਦੀ ਜੀ ਵੀ ਆਏ, ਹੋਰ ਵੀ ਆਏ ਤੇ ਉਹ ਅਸੀਂ ਬਹੁਤ ਵਧੀਆ ਉੱਥੇ ਹਰ ਸੰਡੇ ਅਸੀਂ ਕਲਾਸ ਲਾਉਂਦੇ ਸੀ। ਬਹੁਜਨ ਦੇ ਜਿੰਨੇ ਵੀ ਆਗੂ ਹੈਗੇ ਆ ਪਹਿਲੇ, ਤੇ ਉਹ ਸਾਰੇ ਇੱਥੋਂ ਟ੍ਰੇਨਡ ਹੋ ਕੇ ਗਏ ਹੈਗੇ ਇਸ ਉਹ ਜਿਹੜਾ ਅੰਬੇਡਕਰ ਬੁੱਧਾ ਮਾਰਕਸ ਲਰਨਿੰਗ ਸੈਂਟਰ ਹੈ। ਤੇ ਉਹਦੇ ਵਿੱਚੋਂ ਨਿਕਲ ਕੇ ਜਿਉਂ ਹੀ ਇਹ ਮੂਵਮੈਂਟ ਅੱਗੇ ਚੱਲੀ, ਪਰ ਉਹ ਜੂਨ ਦੇ ਵਿੱਚ ਬਲਿਊ ਸਟਾਰ ਹੋ ਗਿਆ, ਇੱਥੇ ਮਿਲਟਰੀ ਆ ਗਈ ਤੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ। ਸਾਰੇ ਜਿਹੜੀ ਗੱਲ ਦਲੀਲ ਦੀ ਖਤਮ ਹੋ ਗਈ, ਗੋਲੀ ਦੀ ਗੱਲ ਸ਼ੁਰੂ ਹੋ ਗਈ ਦੋਹਾਂ ਪਾਸਿਆਂ ਤੋਂ। ਤੇ ਇਸ ਕਰਕੇ ਫਿਰ ਅਸੀਂ ਵੀ ਅੰਦਰ ਵੜ ਗਏ, ਕਿਉਂਕਿ ਕੋਈ ਪ੍ਰੋਗਰਾਮ ਹੋ ਹੀ ਨਹੀਂ ਸਕਦਾ ਸੀ। ਲੋਕ 5 ਵਜੇ ਤਾਂ ਅੰਦਰ ਹੀ ਵੜ ਜਾਂਦੇ ਸੀ, ਇੱਦਾਂ ਦੇ ਹਾਲਾਤ ਬਣ ਗਏ ਸੀ। ਤੇ ਉਹਨਾਂ ਨੇ ਫਿਰ ਇਸੇ ਦਰਮਿਆਨ 'ਚ ਅਸੀਂ ਇਹ 10 ਸਾਲ ਚੱਲਿਆ ਇਹ ਅੱਤਵਾਦ ਦਾ ਦੌਰ। ਅਸੀਂ ਫਿਰ ਇਸ ਦੇ ਦਰਮਿਆਨ 'ਚ ਬਹੁਤ ਲਿਖਿਆ ਅੰਦਰ ਬੈਠ ਕੇ। ਜਦ ਲਿਖਿਆ ਤੇ ਮੇਰੇ ਜੀਵਨ ਸਾਥਣ ਬੰਸੋ ਦੇਵੀ ਕਹਿੰਦੇ ਬਈ ਲੈਕਚਰਾਰ ਹੈ, ਤੇ ਉਹ ਕਹਿੰਦੇ ਵੀ ਤੁਸੀਂ ਇੰਨਾ ਲਿਖ ਦਿੱਤਾ ਵੀ ਇੰਨੀ ਖੋਜ ਕੀਤੀ ਹੈਗੀ ਵੀ ਇਹ ਹੁਣ ਪਤਾ ਕਿੱਦਾਂ ਲੱਗੇ ਲੋਕਾਂ ਨੂੰ, ਵੀ ਇਹਨੂੰ ਪਤਾ ਲਾਉਣਾ ਚਾਹੀਦਾ ਲੋਕਾਂ 'ਚ। ਇਹ ਖੋਜ ਜਿਹੜੀ ਤੁਸੀਂ ਕੀਤੀ ਆ ਵੀ ਇਹ ਸਾਡੇ ਮਹਾਂਪੁਰਖ ਹੈਗੇ ਆ, ਜਿੱਦਾਂ ਦਲਿਤ ਸ਼ਹੀਦਾਂ ਦਾ ਹੈਗਾ ਆ ਇਹ ਹੋਰ ਕੀ ਹੁੰਦਾ ਹੈਗਾ, ਸਾਡੇ ਲੋਕਾਂ ਦਾ ਇਤਿਹਾਸ ਕੀ ਹੈਗਾ ਆ, ਸਾਰੀਆਂ ਗੱਲਾਂ ਇਹ ਵੀ ਇਹਦਾ ਕੋਈ ਹੁਣ ਉਪਾਅ ਕਰੋ। ਅਸੀਂ ਫਿਰ 13-14 ਮਾਰਚ 1994 ਨੂੰ ਫਗਵਾੜੇ ਟਾਊਨ ਹਾਲ ਦੇ ਵਿੱਚ ਜਿਹੜਾ ਨਾ ਪਹਿਲਾ ਦਲਿਤ ਸਾਹਿਤ ਸੰਮੇਲਨ ਕੀਤਾ। ਉਹ ਦਲਿਤ ਸਾਹਿਤ ਸੰਮੇਲਨ ਜਿਹੜਾ ਹੈ 2 ਦਿਨ ਜਿਹੜਾ ਉਹ ਚੱਲਿਆ। ਉਹਦੇ ਵਿੱਚ 650 ਵਿਦਵਾਨ ਜਿਹੜੇ ਆਏ ਤੇ ਉਹਨਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਗੋਸ਼ਟੀਆਂ ਹੋਈਆਂ ਹੈਗੀਆਂ। ਕੌਮਾਂਤਰੀ ਜਾਣੀ ਵਿਸ਼ਵ ਪੱਧਰ ਦੇ ਸਾਹਿਤਕਾਰ ਜਿਹੜੇ ਆ ਤਕੜੇ ਪਿਆਰਾ ਸਿੰਘ ਪੱਦਮ ਭੋਗਲ ਪਿਆਰਾ ਸਿੰਘ, ਹੋਰ ਸਤਨਾਮ ਸਿੰਘ ਮਾਣਕ, ਤੇ ਇੱਦਾਂ ਜਿਹੜੇ ਆਪਣੇ ਪ੍ਰਿੰਸੀਪਲ ਜਿਹੜੇ ਲੁਧਿਆਣੇ ਵਾਲੇ, ਹੋਰ ਬਹੁਤ ਬੜੇ ਲੇਖਕ ਆਏ, ਜਸਵੰਤ ਸਿੰਘ ਕਮਲ। ਤੇ ਅਸੀਂ ਫਿਰ ਉਹਦੇ ਵਿੱਚ ਇੱਕੋ ਗੱਲ ਰੱਖੀ, ਇੱਕੋ ਗੱਲ ਅਸੀਂ ਉਹ ਸੰਮੇਲਨ ਦੇ ਵਿੱਚ ਰੱਖੀ ਬਈ ਪੰਜਾਬ ਦੇ ਵਿੱਚ ਇਸ ਕਰਕੇ ਜਿਹੜੀ ਗੜਬੜ ਆ, ਅੱਤਵਾਦ ਆ, ਬਈ ਇੱਥੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੈਗੀ। ਨੌਕਰੀ ਇਸ ਕਰਕੇ ਨਹੀਂ ਮਿਲਦੀ ਹੈਗੀ, ਪੜ੍ਹਾਈ ਸਾਰੀ ਆਰਟਸ ਦੀ ਕਰਾਉਂਦੇ ਹੈਗੇ ਆ, ਤੇ ਆਰਟਸ ਨਾਲ ਕਿੰਨੇ ਕੁ ਕਲਰਕ ਬਣ ਸਕਦੇ ਹੈਗੇ ਆ। ਬਈ ਇਸ ਲਈ ਜੇ ਸਰਕਾਰ ਚਾਹੁੰਦੀ ਆ ਵੀ ਪੰਜਾਬ 'ਚ ਸ਼ਾਂਤੀ ਆਵੇ, ਸਰਕਾਰ ਜਿਹੜੀ ਆ ਇੱਥੇ ਹਰ ਬਲਾਕ ਪੱਧਰ ਤੇ ITI ਖੋਲ੍ਹੇ ਤੇ ਤਹਿਸੀਲ ਪੱਧਰ ਤੇ ਪੋਲੀਟੈਕਨਿਕ ਕਾਲਜ ਖੋਲ੍ਹੇ, ਜ਼ਿਲ੍ਹੇ ਪੱਧਰ ਤੇ ਇੰਜੀਨੀਅਰਿੰਗ ਕਾਲਜ ਖੋਲ੍ਹੇ, ਔਰ ਸਟੇਟ ਪੱਧਰ ਤੇ ਉਹ ਟੈਕਨੀਕਲ ਯੂਨੀਵਰਸਿਟੀ ਸਥਾਪਿਤ ਕਰੇ। ਔਰ ਉਹ ਜਿਹੜੀ ਯੂਨੀਵਰਸਿਟੀ ਆ ਡਾਕਟਰ ਅੰਬੇਡਕਰ ਦੇ ਨਾਂ 'ਤੇ ਹੋਣੀ ਚਾਹੀਦੀ ਹੈ। ਸਰਕਾਰ ਨੂੰ ਉਹ ਗੱਲ ਚੰਗੀ ਲੱਗੀ। ਉਸ ਵੇਲੇ ਸਰਦਾਰ ਬੇਅੰਤ ਸਿੰਘ ਸੀਗੇ ਮੁੱਖ ਮੰਤਰੀ, ਉਹਨਾਂ ਨੇ ਇਹ 1997 ਦੇ ਵਿੱਚ ਜਿਹੜੀ ਆ ਡਾਕਟਰ ਅੰਬੇਡਕਰ ਟੈਕਨੀਕਲ ਜਿਹੜੀ ਯੂਨੀਵਰਸਿਟੀ ਆ ਉਹਨੂੰ ਸਥਾਪਿਤ ਕਰ ਦਿੱਤਾ। ਨਾਲ ਹੀ ਫਿਰ ਅਸੀਂ ਕਿਹਾ ਸੀ ਵੀ ਜਿਹੜੇ ਦਲਿਤ ਮਹਾਂਪੁਰਖ ਆ ਉਹਨਾਂ ਦੇ ਨਾਂ 'ਤੇ ਚੇਅਰਸ ਯੂਨੀਵਰਸਿਟੀਆਂ ਦੇ ਵਿੱਚ ਖੋਜ ਕੇਂਦਰ ਸਥਾਪਿਤ ਕੀਤੇ ਜਾਣ। ਫਿਰ ਜਿਹੜੀਆਂ ਉੱਤਰੀ ਭਾਰਤ ਦੀਆਂ 7 ਯੂਨੀਵਰਸਿਟੀਆਂ ਹੈਗੀਆਂ, ਹਰਿਆਣੇ ਦੀਆਂ, ਪੰਜਾਬ ਦੀਆਂ, ਹਿਮਾਚਲ ਦੀਆਂ, ਜੰਮੂ ਕਸ਼ਮੀਰ ਦੀਆਂ, ਵੀ ਉੱਥੇ ਇਹਨਾਂ 'ਤੇ ਖੋਜ ਹੋਵੇ, ਔਰ ਅੱਜ ਖੋਜ ਹੋ ਰਹੀ ਹੈਗੀ ਹੈ। ਸੋ ਦਰਸ਼ਕੋ, ਤੁਸੀਂ ਬੈਦੀ ਹੁਣਾਂ ਦੀ ਜ਼ੁਬਾਨੀ ਸੁਣਿਆ ਕਿ ਹੁਣ ਤੱਕ ਉਹਨਾਂ ਨੇ ਆਪਣੀ, ਕਹਿ ਸਕਦੇ ਹਾਂ ਕਿ ਪਿਛਲੀ ਜਿਹੜੀ ਇੰਟਰਵਿਊ ਸਰਵੇ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਉਹਨੀ ਆਪਣੀ ਮੁੱਢਲੀ ਜਿਹੜੇ ਜੀਵਨੀ ਜਦੋਂ ਬਾਲ ਅਵਸਥਾ ਵਿੱਚ ਜਿਹੜਾ ਉਹਨੀ ਇਹ ਕਿਵੇਂ ਹੰਢਾਇਆ, ਕਿਵੇਂ ਉਸ ਵਿੱਚ ਜਿਹੜਾ ਦਲਿਤਾਂ ਉੱਤੇ ਤਸ਼ੱਦਦ ਹੁੰਦਾ ਸੀ ਉਹਨੂੰ ਹੰਢਾਇਆ ਤੇ ਉਹਦੇ ਵਿੱਚੋਂ ਨਿਕਲ ਕੇ ਵਿੱਦਿਆ ਪ੍ਰਾਪਤ ਕੀਤੀ। ਤੇ ਹੁਣ ਤੁਸੀਂ ਉਹਨਾਂ ਦੇ ਜਿਹੜੇ ਕਾਲਜ ਟਾਈਮ ਦੀ ਆ ਜਾਂ ਹੋਰ ਉਹਨਾਂ ਨੇ ਜਿਹੜੀ ਆਪਣੇ ਸਮਾਜ ਲਈ ਜਾਂ ਆਪਣੇ ਲੋਕਾਂ ਲਈ ਜਿਹੜੀ ਲੜਾਈ ਲੜੀ ਆ, ਤੇ ਇਹ ਜਿਹੜੀ ਲੜਾਈ ਆ ਹੁਣ ਤੱਕ ਇਹ ਜਾਰੀ ਆ। ਸੋ ਬੈਦੀ ਹੁਣਾਂ ਨਾਲ ਅੱਗੇ ਵੀ ਆਪਾਂ ਜਿਹੜੀ ਗੱਲਬਾਤ ਇਹ ਜਾਰੀ ਰੱਖਾਂਗੇ। ਦਰਸ਼ਕਾਂ ਨਾਲ ਤੇ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਕਾਂਚੀ ਟੀਵੀ ਦੀ ਟੀਮ ਤੁਹਾਡੇ ਕੋਲ ਇੱਕ ਵਾਰ ਫੇਰ ਆਵੇਗੀ, ਤੇ ਜੋ ਇਹ ਤੁਹਾਡੇ ਹੁਣ ਤੱਕ ਦਾ ਜਿਹੜਾ ਸੰਘਰਸ਼ ਜਿਹੜੀਆਂ ਗੱਲਾਂ ਵਿੱਚ ਇਸ ਇੰਟਰਵਿਊ 'ਚ ਰਹਿ ਗਈਆਂ ਉਹ ਵੀ ਆਪਾਂ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰਾਂਗੇ। ਸੋ ਹੁਣ ਤੱਕ ਲਈ ਕਾਂਚੀ ਟੀਵੀ ਨਾਲ ਗੱਲਬਾਤ ਕਰਨ ਲਈ ਇੱਕ ਵਾਰ ਫਿਰ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਮੈਂ ਵੀ ਕਾਂਚੀ ਟੀਵੀ ਤੇ ਉਹਨਾਂ ਦੇ ਸਰੋਤੇ ਬਹਿਨ ਜੀ, ਉਹਨਾਂ ਦੇ ਸਾਥੀ ਕੈਮਰਾਮੈਨ, ਇਹ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਦਲਿਤ ਸਮਾਜ ਦਾ ਜਿਹੜਾ ਦੁੱਖ ਦਰਦ ਆ ਤੇ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਤੁਹਾਨੂੰ ਵਾਅਦਾ ਕਰਕੇ ਜਾਂਦੇ ਆ ਕਿ ਇਹ ਇਹਨਾਂ ਨਾਲ ਇੱਕ ਵਾਰ ਫਿਰ ਇੰਟਰਵਿਊ ਕਰਾਂਗੇ, ਤਾਂ ਇਹਨਾਂ ਨੇ ਜੋ ਵੀ ਹੁਣ ਤੱਕ ਜਿਹੜੀਆਂ ਗੱਲਾਂ ਰਹਿ ਗਈਆਂ ਆ ਉਹ ਇਹਨਾਂ ਨਾਲ ਸਾਂਝੀਆਂ ਕਰਾਂਗੇ। ਗੱਲਾਂ ਜਿਹੜੀਆਂ ਇਹ ਹਲੇ
ਸੁਣੀਆਂ ਬਾਕੀ ਆ, ਸੋ ਕਰਾਂਗੇ। ਉਦੋਂ ਤੱਕ ਲਈ ਮੈਨੂੰ ਐਸਕੇ ਬੈਂਸ ਅਤੇ ਕੈਮਰਾਮੈਨ ਕਿੰਕਰ ਨੂੰ ਦਿਓ ਇਜਾਜ਼ਤ। ਧੰਨਵਾਦ।